ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬਪੁੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦਾ ਅਵਤਾਰ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਫਰਮਾਨ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜਿਨ੍ਹਾਂ ਦੀ ਮਹਿਮਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਪਰਮੇਸ਼ਰ ਦੇ ਨਾਲ ਕੀਤੀ ਹੈ। रोम रोम कोट ब्रह्मांड को निवास जास। मानस अवतार धार दर्श दिखाए हैं। जाके ओंकार के आकार है नाना प्रकार। श्री मुख शब्द गुर सिखन सुनाए हैं। जग भोग नई वेद जगत भगत जाहे। असन बसन गुर सिखन लड़ाए हैं।
ਨਿਗਮ ਸਿਖਾਦਿਕ ਕਥਿਤ ਨੇਤ ਨੇਤ ਕਰ, ਪੂਰਨ ਬ੍ਰਹਮ ਗੁਰ ਸਿੱਖਨ ਲਖਾਏ ਹੈ। ਸਤਿਗੁਰੂ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮਝਾਉਂਦੇ ਹਨ, ਕਿਆ ਬਗ ਬਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਭਾਵ ਜੋ ਬਗਲਾ ਹੈ ਉਹ ਕਹਿੰਦੇ ਛਪੜੀ ਦੇ ਉੱਪਰ ਇਸ਼ਨਾਨ ਕਰਦਾ ਹੈ, ਨਹਾਉਂਦਾ ਹੈ, ਉੱਥੇ ਰਹਿੰਦਾ ਹੈ, ਉਹ ਪਵਿੱਤਰ ਨਹੀਂ ਹੁੰਦਾ, ਬਲਕਿ ਉਸ ਨੂੰ ਹੋਰ ਮੈਲ ਲੱਗਦੀ ਹੈ, ਹੋਰ ਚਿੱਕੜ ਲੱਗਦਾ ਹੈ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਭਾਵ ਇੱਕ ਗੁਰੂ ਪਰਮੇਸ਼ਰ ਨੂੰ ਛੱਡ ਕੇ ਜਿਹੜਾ ਕੋਈ ਡੰਬੀ ਪਖੰਡੀ ਜੀਵ ਹੈ, ਬਗਲੇ ਤੋਂ ਭਾਵ ਕੋਈ ਡੰਬੀ ਪਖੰਡੀ ਜੀਵ, ਕੋਈ ਪਖੰਡ ਕਰਨ ਵਾਲਾ ਜਿਹੜਾ ਮਨੁੱਖ ਹੈ, ਉਹ ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਕੱਚਿਆਂ ਦੇ ਕੋਲ, ਅਨਮਤਾਂ ਵਾਲਿਆਂ ਦੇ ਕੋਲ ਜਾ ਕੇ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਇੱਕ ਜਗ੍ਹਾ ਬਚਨ ਹਨ ਗੁਰਬਾਣੀ ਦੇ ਵਿੱਚ, ਛੱਪੜ ਨਹਾਤੈ ਸਗਵੀ ਮਲ ਲਾਏ। ਛੱਪੜ ਦੇ ਵਿੱਚੋਂ ਨਹਾਤਿਆਂ ਪਵਿੱਤਰਤਾ ਹੀ ਨਹੀਂ ਹੁੰਦੀ, ਬਲਕਿ ਹੋਰ ਮੈਲ ਲੱਗਦੀ ਹੈ। ਸਾਖੀ ਦੁਆਰਾ ਜਰਾ ਜਿਹੜਾ ਸ਼ਬਦ ਹੈ ਇਹ ਖੁੱਲ੍ਹ ਜਾਂਦਾ ਹੈ, ਪਤਾ ਲੱਗ ਜਾਂਦਾ ਹੈ। ਭਾਈ ਬਹਿਲੋ ਜੀ ਫਫੜੇ ਭਾਈ ਕੇ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਹਨ। ਗੁਰਸਿੱਖ ਦੀ ਸੰਗਤ ਹੋਈ ਸੀ। ਗੁਰਸਿੱਖ ਨੇ ਆਖਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੈਨੂੰ ਯਾਦ ਕਰਦੇ ਹਨ, ਤੈਨੂੰ ਬੁਲਾਉਂਦੇ ਹਨ। ਉਹ ਆਖਣ ਲੱਗਾ ਵੀ ਮੈਂ ਤਾਂ ਕਦੇ ਸਤਿਗੁਰੂ ਜੀ ਨੂੰ ਮਿਲਿਆ ਨਹੀਂ, ਜਾਣਦਾ ਨਹੀਂ, ਉਹ ਕਿਵੇਂ ਮੈਨੂੰ ਬੁਲਾਉਂਦੇ ਹਨ। ਅਸਲ ਵਿੱਚ ਇਹ ਸਤਿਪੁਰਸ਼ਾਂ ਦਾ ਜੋੜਨ ਦਾ ਤਰੀਕਾ ਹੁੰਦਾ ਹੈ, ਢੰਗ ਹੁੰਦਾ ਹੈ। ਸਤਿਗੁਰ ਤਾਂ ਸਭ ਨੂੰ ਹੀ ਬੁਲਾਉਂਦੇ ਹਨ, ਸਾਰਿਆਂ ਨੂੰ ਹੀ ਯਾਦ ਕਰਦੇ ਹਨ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਭ ਨੂੰ ਆਖਦੇ ਹਨ, ਗੁਰਸਿੱਖਾਂ ਨੂੰ, ਤੁਸੀਂ ਸਾਬਤ ਸੂਰਤ ਹੋਵੋ, ਤੁਸੀਂ ਨਸ਼ਿਆਂ ਦਾ ਤਿਆਗ ਕਰੋ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨੋ, ਤੁਸੀਂ ਖੱਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤ ਛਕੋ। ਕਈ ਵਾਰੀ ਸਾਡੇ ਵਿੱਚੋਂ ਆਖ ਦਿੰਦੇ ਹਨ ਵੀ ਨਹੀਂ, ਅਜੇ ਸਾਨੂੰ ਸਤਿਗੁਰ ਦਾ ਹੁਕਮ ਨਹੀਂ ਹੋਇਆ ਹੈ। ਮਹਾਰਾਜ ਨੇ ਸਮੁੱਚੇ ਰੂਪ ਦੇ ਵਿੱਚ ਸਭ ਨੂੰ ਹੁਕਮ ਕਰ ਦਿੱਤਾ ਹੈ, ਕੋਈ ਬਾਰ-ਬਾਰ ਹੁਕਮ ਨਹੀਂ ਕਰਨਾ ਹੈ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੇ।
ਸਤਿਗੁਰ ਜੀ ਦਾ ਹੁਕਮ ਸੁਣਾਇਆ। ਧੰਨ ਸਨ ਭਾਈ ਬਹਿਲੋ ਜੀ, ਉਸੇ ਵਕਤ ਹੀ ਸਤਿਗੁਰ ਦਾ ਹੁਕਮ ਮੰਨਿਆ। ਜਿਵੇਂ ਟੂਕ ਮਾਤਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਇੱਕ ਖੀਰ ਖਾਣ ਵਾਲਾ ਸਿੱਖ ਰਹਿੰਦਾ ਸੀ। ਛਕਣ ਛਕਾਉਣ ਦੇ ਨਾਲ ਹੀ ਮਤਲਬ ਸੀ। ਗੁਰਸਿੱਖਾਂ ਨੇ ਆਖਿਆ ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ। ਕਹਿੰਦਾ ਵੀ ਨਹੀਂ, ਜਦੋਂ ਗੁਰੂ ਆਖਣਗੇ ਉਦੋਂ ਕਰਿਆ ਕਰਾਂਗਾ, ਤੁਹਾਡੇ ਆਖੇ ਨਹੀਂ। ਜਦ ਸਾਰੀ ਉਮਰ ਲੰਘ ਗਈ ਨਾ, ਅੰਤ ਦਾ ਸਮਾਂ ਆ ਗਿਆ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਵੀ ਤੂੰ ਸੇਵਾ ਨਹੀਂ ਕੀਤੀ, ਸਾਰੀ ਉਮਰ ਜਿਹੜੀ ਹੈ ਨਾ ਗਵਾ ਲਈ ਹੈ। ਕਹਿੰਦਾ ਜੀ ਮੈਂ ਆਖਿਆ ਸੀ ਵੀ ਜਦੋਂ ਤੁਸੀਂ ਆਖੋਗੇ ਉਦੋਂ ਮੈਂ ਸੇਵਾ ਕਰਿਆ ਕਰਾਂਗਾ। ਆਖਣ ਲੱਗੇ ਗੁਰਸਿੱਖਾਂ ਦੀ ਰਸਨਾ ਤੇ ਬੈਠ ਕੇ ਅਸੀਂ ਹੀ ਤਾਂ ਤੈਨੂੰ ਆਖਦੇ ਸੀ। ਗੁਰਸਿੱਖਾਂ ਦਾ ਕਿਹਾ ਹੋਇਆ, ਗੁਰੂ ਦਾ ਕਿਹਾ ਹੋਇਆ ਹੀ ਜਾਣਨਾ ਚਾਹੀਦਾ ਹੈ। ਕੋਈ ਵੱਖਰੀ ਉਡੀਕ ਨਹੀਂ ਕਰਨੀ ਚਾਹੀਦੀ ਵੀ ਸਾਨੂੰ ਸਾਡੇ ਵਾਸਤੇ ਵੱਖਰਾ ਸਤਿਗੁਰੂ ਜੀ ਆ ਕੇ ਆਖਣਗੇ। ਪਹਿਲਾਂ ਸਖੀ ਸਰਵਰੀਏ ਨੂੰ ਮੰਨਦੇ ਸਨ। ਵਿਚਾਰ ਦੁਆਰਾ ਗੱਲ ਸਾਹਮਣੇ ਆਈ। ਗੁਰਸਿੱਖ ਨੇ ਪੁੱਛਿਆ ਵੀ ਇੰਨਾ ਚਿਰ ਹੋ ਗਿਆ ਤੁਹਾਨੂੰ ਜਾਂਦਿਆਂ ਨੂੰ, ਤੁਹਾਡਾ ਮਨ ਸ਼ੁੱਧ ਹੋਇਆ ਹੈ ਕਿ ਨਹੀਂ, ਪਵਿੱਤਰ ਹੋਇਆ ਹੈ ਕਿ ਨਹੀਂ। ਉਹਨਾਂ ਨੇ ਇਹ ਗੱਲ ਮੰਨ ਲਈ ਵੀ ਬੜੇ ਚਿਰ ਦੇ ਜਾਂਦੇ ਹਾਂ, ਮਨ ਦੇ ਵਿੱਚ ਤਾਂ ਪਵਿੱਤਰਤਾ ਹੀ ਆਈ ਨਹੀਂ ਹੈ, ਮਨ ਦੇ ਵਿੱਚ ਤਾਂ ਸ਼ੁੱਧਤਾ ਹੀ ਆਈ ਨਹੀਂ ਹੈ। ਗੁਰਸਿੱਖ ਨੇ ਆਖਿਆ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਓ, ਕਿਉਂਕਿ ਜੇਕਰ ਆਰਾਮ ਨਹੀਂ ਆ ਰਿਹਾ ਜਾਂ ਡਾਕਟਰ ਦੇ ਵਿੱਚ ਨੁਕਸ ਹੋਵੇਗਾ, ਉਹ ਸਹੀ ਨਹੀਂ ਹੋਵੇਗਾ, ਜਾਂ ਫਿਰ ਬੰਦਾ ਜਿਹੜਾ ਹੈ ਨਾ ਉਹ ਇਲਾਜ ਪਰਹੇਜ਼ ਜਿਹੜਾ ਹੈ ਨਾ ਸਹੀ ਢੰਗ ਦੇ ਨਾਲ ਨਹੀਂ ਕਰਦਾ ਹੋਵੇਗਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਿਉ ਜਾਈਐ, ਪੂਛਤ ਸੁਹਾਗਨ ਹੈ ਕਰਮ ਦੁਹਾਗਣ ਕੇ, ਹਿਰਦੇ ਵਿਚਾਰ ਕਤ ਸਹਿਜਾ ਬੁਲਾਈਐ, ਪੂਛਤ ਹੈ ਵੈਦ ਖਾਤ ਔਖਦ ਨ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ, ਗਾਏ ਸੁਨੇ ਆਖੈ ਮੀਚੈ ਪਾਈਐ ਨਾ ਪਰਮ ਪਦ, ਗੁਰੂ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਸ਼ਬਦ ਲੰਮੇਰਾ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਸਤਿਗੁਰੂ ਪਾਤਸ਼ਾਹ ਜੀ ਨੇ ਸੇਵਾ ਅਤੇ ਸਿਮਰਨ ਦੇ ਨਾਲ ਜੋੜਿਆ, ਔਰ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੇ। ਮਹਾਰਾਜ ਜੀ ਨੇ ਵਰ ਦਿੱਤਾ, ਭਾਈ ਬਹਿਲੋਂ ਸਭ ਤੋਂ ਪਹਿਲੋਂ। ਐਸੀਆਂ ਬਖਸ਼ਿਸ਼ਾਂ ਦੇ ਨਾਲ ਮਹਾਰਾਜ ਜੀ ਨੇ ਨਵਾਜਿਆ ਕਿ ਤੁਹਾਡਾ ਬਚਨ ਜਿਹੜਾ ਹੈ ਨਾ ਕਦੇ ਨਿਸਫਲ ਨਹੀਂ ਜਾਵੇਗਾ। ਅਮੋਘ ਬਾਣ ਦੀ ਤਰ੍ਹਾਂ ਜਿਹੜਾ ਤੁਸੀਂ ਰਸਨਾ ਤੋਂ ਬਚਨ ਕਰੋਗੇ ਉਹੀ ਸਤ ਹੋਵੇਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੰਸਾਂ ਤੋਂ ਭਾਵ ਹੈ ਗੁਰਮੁਖ ਅਤੇ ਬਗਲਿਆਂ ਤੋਂ ਭਾਵ ਹੈ ਮਨਮੁਖ। ਇਹ ਗੁਣਾ ਅਵਗੁਣਾ ਕਰਕੇ ਪ੍ਰਤੀਕ ਮੰਨੇ ਜਾਂਦੇ ਹਨ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮੱਤ ਦੇ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਆਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਦੂਸਰੇ ਘਰ ਦੇ ਵਿੱਚ ਦੂਸਰੇ ਤਾਲ ਦੇ ਵਿੱਚ ਗਾਉਣ ਦੀ ਸਤਿਗੁਰ ਦੀ ਹਦਾਇਤ ਹੈ।
ਅਸ਼ਟਪਦੀਆਂ 8 ਪਦਿਆਂ ਵਾਲਾ 8 ਚਰਨਾਂ ਵਾਲਾ ਇਹ ਸ਼ਬਦ ਹੈ। ਮੂਲ ਰੂਪ ਦੇ ਵਿੱਚ ਮੰਗਲ ਕਰਦੇ ਹਨ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸਾਗਰ ਰਤਨੀ ਭਰ ਪੂਰੇ, ਜੋ ਗੁਰੂ ਪਰਮੇਸ਼ਰ ਦੀ ਸਤ ਸੰਗਤ ਰੂਪੀ ਸਰੋਵਰ ਹੈ, ਮਹਾਰਾਜ ਕਹਿੰਦੇ ਉਹ ਰਤਨਾਂ ਦੇ ਨਾਲ ਲੱਬਾ ਲੱਬ ਭਰਿਆ ਹੋਇਆ ਹੈ। ਭਰ ਪੂਰੇ ਤੋਂ ਭਾਵ ਕਿ ਨੱਕਾ ਨੱਕ ਭਰਿਆ ਹੋਇਆ ਹੈ। ਇੱਥੇ ਨਾਮ ਰੂਪੀ ਰਤਨ ਜਿਹੜੇ ਹਨ ਉਹਦੇ ਬਹੁਤ ਸਾਰੇ ਖਜ਼ਾਨੇ ਹਨ, ਭੰਡਾਰੇ ਹਨ। ਲਬਾ ਲਬ ਸਤ ਸੰਗਤ ਰੂਪੀ ਜੋ ਪਰਮੇਸ਼ਰ ਦਾ ਸਰੋਵਰ ਹੈ ਉਹ ਭਰਿਆ ਹੋਇਆ ਹੈ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਜਨ ਹਨ ਉਹ ਨਾਮ ਰੂਪੀ ਅੰਮ੍ਰਿਤ ਨੂੰ ਛਕਦੇ ਹਨ, ਇਸ ਚੋਗ ਨੂੰ ਚੋਗਦੇ ਹਨ ਅਤੇ ਹਮੇਸ਼ਾ ਸਤ ਸੰਗਤ ਰੂਪੀ ਸਰੋਵਰ ਤੇ ਹੀ ਰਹਿੰਦੇ ਹਨ, ਕਦੇ ਦੂਰ ਨਹੀਂ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਮਾਨਸਰ ਹੰਸ ਸਾਧ ਸੰਗਤ ਪਰਮਹੰਸ, ਧਰਮ ਤੁਝਾ ਧਰਮਸ਼ਾਲ ਚਲ ਆਵਹੀ। ਉਤ ਮੁਕਤਾਹਲ ਆਹਾਰ ਔਰ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ। ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਉਤ ਬਗ ਹੰਸ ਬੰਸ ਦੁਬਦਾ ਨਾ ਮੇਟ ਸਕੈ, ਇਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਸੰਤ ਜਨ ਹਨ ਉਹ ਹਮੇਸ਼ਾ ਹੀ ਸਤ ਸੰਗਤ ਰੂਪੀ ਸਰੋਵਰ ਦੇ ਉੱਪਰ ਨਿਵਾਸ ਰੱਖਦੇ ਹਨ, ਕਦੇ ਦੂਰ ਨਹੀਂ ਜਾਂਦੇ ਹਨ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਕਹਿੰਦੇ ਬਗਲੇ ਨਹੀਂ ਟਿਕਦੇ ਹਨ, ਕਾਂ ਨਹੀਂ ਟਿਕਦੇ ਹਨ, ਕੇਵਲ ਤੇ ਕੇਵਲ ਇੱਥੇ ਸੁਧਾ ਸਰ ਦੇ ਉੱਪਰ ਸਤ ਸੰਗਤ ਰੂਪੀ ਸਰੋਵਰ ਦੇ ਉੱਪਰ ਜੋ ਵਾਹਿਗੁਰੂ ਦੇ ਪਿਆਰੇ ਸੰਤ ਜਨ ਹੰਸ ਹਨ ਉਹ ਕਹਿੰਦੇ ਟਿਕਦੇ ਹਨ, ਨਾਮ ਰੂਪੀ ਚੋਗਾ ਚੁਗਦੇ ਹਨ, ਕਦੇ ਦੂਰ ਨਹੀਂ ਜਾਂਦੇ ਹਨ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਨਾਮ ਰੂਪੀ ਰਸ ਦਾ ਜਿਹੜਾ ਚੋਗਾ ਹੈ ਉਹ ਚੁਗਦੇ ਹਨ। ਐਸਾ ਕਰਨਾ ਉਹ ਵਾਹਿਗੁਰੂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ, ਉਹ ਵਾਹਿਗੁਰੂ ਜੀ ਨੂੰ ਭਾ ਜਾਂਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ, ਸਤ ਸੰਗਤ ਰੂਪੀ ਸਰੋਵਰ ਦੇ ਉੱਪਰ, ਇਸ ਮਾਨ ਸਰੋਵਰ ਦੇ ਉੱਪਰ ਕਹਿੰਦੇ ਜਿਹੜੇ ਗੁਰਮੁਖ ਹੰਸ ਹਨ, ਸੰਤ ਹੰਸ ਹਨ, ਉਹ ਆਪਣੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਕਹਿੰਦੇ ਸਾਰੇ ਪਾਸੇ ਢੂੰਡ ਢੁੰਢਾ ਕੇ ਦੇਖ ਲਿਆ ਹੈ, ਵਾਹਿਗੁਰੂ ਕਿੱਥੇ ਵਸਦਾ ਹੈ? ਸਤ ਸੰਗਤ ਦੇ ਵਿੱਚ ਵਸਦਾ ਹੈ, ਉਹਦਾ ਵਾਸਾ ਹੈ। ਇਸ ਕਰਕੇ ਸਤ ਸੰਗਤ ਰੂਪੀ ਸਰੋਵਰ ਦੇ ਉੱਪਰੋਂ ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਸੰਤ ਹੰਸ ਹਨ ਉਹ ਆਪਣੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਹਨ। ਕਿਆ ਬਗ ਬਪੁੜਾ ਛਪੜੀ ਨਾਏ, ਕਹਿੰਦੇ ਜਿਹੜਾ ਬਗਲਾ ਵਿਚਾਰਾ ਹੈ ਉਹ ਕੀ ਛਪੜੀਆਂ ਦੇ ਉੱਪਰ ਨਹਾਉਂਦਾ ਫਿਰਦਾ ਹੈ। ਜਿਵੇਂ ਮਹਾਰਾਜ ਜੀ ਨੇ ਫਰਮਾਇਆ, ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਸ਼ਾਰ ਉਡਾਵੈ, ਹਉ ਤੋ ਏਕ ਰਮਈਆ ਲੈਹੋ, ਆਨ ਦੇਵ ਬਦਲਾਵਨ ਦੇਹੋ।
शिव शिव करते जो नर ध्यावै, बरद चढ़े डौरू टमकावै, महामाई की सेवा करै, नर से नार होए अवतरै। ਭਾਵ ਕਹਿੰਦੇ ਜੋ ਮਨਮੁਖ ਜੀਵ ਹੈ ਉਹ ਗੁਰੂ ਰੂਪੀ, ਗੁਰੂ ਦੀ ਸਤ ਸੰਗਤ ਰੂਪੀ ਜੋ ਮਾਨ ਸਰੋਵਰ ਹੈ ਉਥੇ ਨਹੀਂ ਟਿਕਦਾ ਹੈ। ਕਿਤੇ ਸਖੀ ਸਰਵਰੀਆਂ ਦੇ ਕੋਲ, ਕਿਧਰੇ ਭੈਰੋਂ ਵਾਲਿਆਂ ਦੇ ਕੋਲ, ਕਿਧਰੇ ਹੋਰ ਇਸ ਤਰ੍ਹਾਂ ਦੇ ਥਾਵਾਂ ਤੇ ਭਟਕਦਾ ਫਿਰਦਾ ਹੈ ਜਿੱਥੋਂ ਉਹਨੂੰ ਸ਼ਾਂਤੀ ਨਹੀਂ ਮਿਲਦੀ ਹੈ, ਬਲਕਿ ਉਹਦੇ ਜੀਵਨ ਨੂੰ ਹੋਰ ਮੈਲ ਲੱਗਦੀ ਹੈ। ਉਹਦਾ ਮਨ ਜਿਹੜਾ ਜੀਵਨ ਹੈ ਹੋਰ ਅਪਵਿੱਤਰ ਹੁੰਦਾ ਹੈ। ਕੀਚੜ ਡੂਬੈ ਮੈਲ ਨਾ ਜਾਏ, ਚਿੱਕੜ ਦੇ ਵਿੱਚ ਡੁਬਕੀ ਲਗਾਇਆ ਕਹਿੰਦੇ ਮੈਲ ਨਹੀਂ ਲੱਥਦੀ, ਪਵਿੱਤਰਤਾਈ ਨਹੀਂ ਆਉਂਦੀ ਹੈ, ਬਲਕਿ ਹੋਰ ਮੈਲ ਲੱਗਦੀ ਹੈ। ਇਹੋ ਜਿਹੇ ਜਿਹੜੇ ਹਨ ਅਧੂਰੀ ਸਾਧਨਾ ਵਾਲੇ, ਉਹਨਾਂ ਦੇ ਕੋਲ ਭਟਕਿਆਂ ਜੀਵਨ ਦੇ ਵਿੱਚ ਪਵਿੱਤਰਤਾ ਹੀ ਨਹੀਂ ਆਉਂਦੀ ਹੈ, ਬਲਕਿ ਜੀਵਨ ਹੋਰ ਅਪਵਿੱਤਰ ਹੁੰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ। ਰਖ ਰਖ ਚਰਨ ਧਰੇ ਵਿਚਾਰੀ, ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਹੰਸ ਸੰਤ ਹਨ ਉਹ ਕਹਿੰਦੇ ਵਿਚਾਰ ਦੇ ਨਾਲ ਆਪਣੇ ਜਿਹੜੇ ਚਰਨ ਹਨ ਸਮਝ ਸਮਝ ਕੇ ਸੰਸਾਰ ਦੇ ਵਿੱਚ ਰੱਖਦੇ ਹਨ। ਇੱਕ ਤਾਂ ਪ੍ਰਤੱਖ ਰੂਪ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਕਦਮ ਹਨ ਗਲਤ ਰਸਤੇ ਤੇ ਨਹੀਂ ਜਾਂਦੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ ਨਾ, ਮੂੰਹ ਨੱਕੀ ਕੰਨ ਹੱਥ ਨੱਕ ਦੇ ਭਾਰ ਉਚਾਂਦੇ, ਸਭ ਚਿਹਨ ਛੱਡ ਪੂਜੀਨ ਕੌਣ ਕਰਮ ਕਮਾਂਦੇ। ਕਹਿੰਦੇ ਸਰੀਰ ਦੇ ਬਾਕੀ ਵੀ ਅੰਗ ਹੈਗੇ ਹਨ, ਮੂੰਹ ਹੈ, ਨੱਕ ਹੈ, ਅੱਖਾਂ ਹਨ, ਪਰ ਚਰਨਾਂ ਦੀ ਕਿਉਂ ਪੂਜਾ ਕੀਤੀ ਜਾਂਦੀ ਹੈ। ਭਾਈ ਸਾਹਿਬ ਜੀ ਕਹਿੰਦੇ ਮੇਰੀ ਖੱਲੋਂ ਮੌਜੜੇ ਗੁਰ ਸਿੱਖ ਹੰਡਾਂਦੇ, ਗੁਰ ਚਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਤਾਂ ਪੂਜੇ ਜਾਂਦੇ ਹਨ ਕਿਉਂਕਿ ਗੁਰੂ ਕੀ ਸੰਗਤ ਵੱਲ ਨੂੰ ਰੋਜ਼ ਚੱਲ ਚੱਲ ਕੇ ਜਾਂਦੇ ਹਨ, ਤਾਂ ਉਹਨਾਂ ਦੀ ਪੂਜਾ ਹੁੰਦੀ ਹੈ। ਫਿਰ ਜੀਵਨ ਜੁਗਤ ਵੀ ਜਿਹੜੀ ਹੈ ਕਹਿੰਦੇ ਗਲਤ ਰਸਤੇ ਤੇ ਨਹੀਂ ਉਹਨਾਂ ਦੀ ਚੱਲਦੀ ਹੈ, ਸਮਝ ਸਮਝ ਕੇ ਵਿਚਾਰ ਵਿਚਾਰ ਕੇ ਚੱਲਦੇ ਹਨ। ਦੁਬਿਧਾ ਛੋੜ ਭਏ ਨਿਰੰਕਾਰੀ, ਦਵੈਤ ਵਾਲੀ ਮਤ ਨੂੰ ਤਿਆਗ ਕੇ ਨਿਰੰਕਾਰ ਵਾਲੀ ਮਤ ਦੇ ਉੱਪਰ ਉਹ ਚੱਲਦੇ ਹਨ। ਮੁਕਤ ਪਦਾਰਥ ਹਰ ਰਸ ਚਾਖੇ, ਜੋ ਵਾਹਿਗੁਰੂ ਦਾ ਨਾਮ ਰੂਪੀ ਰਸ ਹੈ ਜਿਹੜਾ ਮੁਕਤੀ ਦੇ ਪਦਾਰਥ ਨੂੰ ਦੇਣ ਵਾਲਾ ਹੈ, ਉਸ ਨਾਮ ਰਸ ਨੂੰ ਗੁਰਮੁਖ ਹੰਸ ਸੰਤ ਚਖਦੇ ਹਨ। ਆਵਣ ਜਾਣ ਰਹੇ ਗੁਰ ਰਾਖੇ, ਐਸੇ ਨਾਮ ਜਪਣ ਵਾਲੇ ਗੁਰਮੁਖ ਹੰਸਾਂ ਦਾ ਸੰਤਾਂ ਦਾ ਆਉਣਾ ਜਾਣਾ ਰਹਿ ਜਾਂਦਾ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਗੁਰੂ ਪਰਮੇਸ਼ਰ ਉਹਨਾਂ ਨੂੰ ਆਉਣ ਜਾਣ ਤੋਂ ਰੱਖ ਲੈਂਦੇ ਹਨ। ਸਰਵਰ ਹੰਸਾ ਛੋੜ ਨਾ ਜਾਏ, ਜਿਹੜੇ ਗੁਰਮੁਖ ਹੰਸ ਹਨ ਉਹ ਕਦੇ ਵਾਸਤੇ ਸਤ ਸੰਗਤ ਰੂਪੀ ਮਾਨ ਸਰੋਵਰ ਨੂੰ ਤਿਆਗਦੇ ਨਹੀਂ ਹਨ। ਪ੍ਰੇਮ ਭਗਤ ਕਰ ਸਹਿਜ ਸਮਾਏ, ਪ੍ਰੇਮਾ ਭਗਤੀ ਕਰਕੇ ਆਤਮਿਕ ਅਡੋਲਤਾ ਦੇ ਵਿੱਚ ਸਮਾਏ ਰਹਿੰਦੇ ਹਨ। ਸਰਵਰ ਮਹਿ ਹੰਸ ਹੰਸ ਮਹਿ ਸਾਗਰ, ਕਹਿੰਦੇ ਇਸ ਤਰ੍ਹਾਂ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਸਰਵਰ ਦਾ ਜੋ ਮਾਲਕ ਹੈ ਅਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਇੱਕ ਦੂਸਰੇ ਦੇ ਵਿੱਚ ਇਕਮਿਕ ਹੋਏ ਰਹਿੰਦੇ ਹਨ। ਜਿਵੇਂ ਇੱਕ ਤਾਣਾ ਹੁੰਦਾ ਹੈ, ਇੱਕ ਪੇਟਾ ਹੁੰਦਾ ਹੈ, ਜਦ ਦੋਵੇਂ ਇਕੱਠੇ ਹੋ ਜਾਂਦੇ ਹਨ ਕੋਈ ਮਾਈ ਦਾ ਲਾਲ ਨਹੀਂ ਦੱਸ ਸਕਦਾ ਵੀ ਇਹ ਤਾਣਾ ਹੈ ਜਾਂ ਪੇਟਾ ਹੈ। ਇਸ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਅਤੇ ਵਾਹਿਗੁਰੂ ਇੱਕ ਦੂਸਰੇ ਦੇ ਵਿੱਚ ਅਭੇਦ ਹੋ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਕੋਈ ਉਹਨਾਂ ਦੇ ਵਿੱਚ ਭਿੰਨ ਭੇਦ ਨਹੀਂ ਰਹਿ ਜਾਂਦਾ। ਹਰਿ ਕਾ ਸੇਵਕ ਸੋ ਹਰਿ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਂਦੇ ਹਨ। ਅਕਾਥ ਕਥਾ ਗੁਰ ਬਚਨੀ ਆਦਰ, ਵਾਹਿਗੁਰੂ ਪਰਮੇਸ਼ਰ ਦੀ ਜੋ ਕਥਾ ਹੈ ਅਕਾਥ ਹੈ, ਗੁਰੂ ਦੇ ਬਚਨ ਜੋ ਹਨ
ਕਥਨ ਤੋਂ ਰਹਿਤ ਹਨ, ਜਿਹੜੇ ਸੁਣਦੇ ਹਨ ਉਹਨਾਂ ਨੂੰ ਕਹਿੰਦੇ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਫਿਰ ਸਨਮਾਨ ਮਿਲਦਾ ਹੈ। ਸੁਨ ਮੰਡਲ ਇੱਕ ਜੋਗੀ ਬੈਸੇ, ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਤੋਂ ਭਾਵ ਜਿੱਥੇ ਅਫੁਰ ਅਵਸਥਾ ਹੈ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਹੀਂ ਹੈ, ਐਸੀ ਅਵਸਥਾ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਜੋਗੀ ਤੋਂ ਭਾਵ ਜੋ ਜੁੜਿਆ ਹੋਇਆ ਵਾਹਿਗੁਰੂ ਪਰਮੇਸ਼ਰ ਹੈ, ਉਹ ਬੈਠਾ ਹੋਇਆ ਹੈ ਸਦਾ ਵਾਸਤੇ ਹੀ। ਵਾਹਿਗੁਰੂ ਪਰਮੇਸ਼ਰ ਅਫੁਰ ਅਵਸਥਾ ਦੇ ਵਿੱਚ। ਨਾਰ ਨਾ ਪੁਰਖ ਕਹੋ ਕੋ ਕੈਸੇ, ਨਾ ਉਸਨੂੰ ਇਸਤਰੀ ਕਿਹਾ ਜਾ ਸਕਦਾ ਹੈ, ਨਾ ਉਸਨੂੰ ਪੁਰਖ ਕਿਹਾ ਜਾ ਸਕਦਾ ਹੈ। ਇਸਤਰੀ ਰੂਪ ਵੀ ਆਪ ਹੀ ਹੈ, ਪੁਰਸ਼ ਰੂਪ ਵੀ ਆਪ ਹੀ ਹੈ। ਸਾਰਿਆਂ ਦੇ ਵਿੱਚ ਉਹ ਆਪ ਹੀ ਵਰਤਦਾ ਹੈ। ਇਸ ਤਰ੍ਹਾਂ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ, ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਹੋ ਵੇਦ ਬਾਣੀ, ਕਹੋ ਕੋਕ ਕੀ ਕਹਾਣੀ, ਕਹੋ ਰਾਜਾ, ਕਹੋ ਰਾਣੀ, ਕਹੋ ਨਾਰ ਕੇ ਪ੍ਰਕਾਰ ਹੋ। ਹੈ ਹੀ ਸਾਰਿਆਂ ਦੇ ਵਿੱਚ ਤੂੰ ਹੀ ਹੈ, ਫਰਕ ਕਿੱਥੇ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਇਸਤਰੀ ਦੇ ਵਿੱਚ ਵੀ ਹੈ, ਪੁਰਖ ਦੇ ਵਿੱਚ ਵੀ ਹੈ। ਆਪ ਹੀ ਇਸਤਰੀ ਰੂਪ ਹੈ, ਆਪ ਹੀ ਪੁਰਸ਼ ਰੂਪ ਹੈ। ਤ੍ਰਿਭਵਨ ਜੋਤ ਰਹੇ ਲਿਵ ਲਾਈ, ਤਿੰਨਾਂ ਭਵਨਾਂ ਦੇ ਜੀਵ ਜਿਹੜੇ ਹਨ, ਉਹ ਵਾਹਿਗੁਰੂ ਪਰਮੇਸ਼ਰ ਦੀ ਜੋਤ ਦੇ ਵਿੱਚ ਆਪਣਾ ਧਿਆਨ ਜੋੜ ਕੇ ਰੱਖਦੇ ਹਨ, ਆਪਣੀ ਲਿਵ ਲਗਾ ਕੇ ਰੱਖਦੇ ਹਨ। ਸੁਰ ਨਰ ਨਾਥ ਸੱਚੇ ਸਰਣਾਈ, ਦੇਵਤੇ ਮਨੁੱਖ ਨਾਥ ਆਦਿਕ ਜਿਹੜੇ ਹਨ, ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਸ਼ਰਨ ਦੇ ਵਿੱਚ ਪਏ ਰਹਿੰਦੇ ਹਨ। ਆਨੰਦ ਮੂਲ ਅਨਾਥ ਆਧਾਰੀ, ਵਾਹਿਗੁਰੂ ਪਰਮੇਸ਼ਰ ਅਨੰਦ ਦਾ ਮੁੱਢ ਹੈ, ਮੂਲ ਹੈ, ਸੋਮਾ ਹੈ। ਜਿਹੜਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ, ਸਮਝ ਲਓ ਖੁਸ਼ੀਆਂ ਦੇ ਨਾਲ ਜੁੜ ਗਿਆ, ਸੁਖ ਸ਼ਾਂਤੀ ਦੇ ਨਾਲ ਜੁੜ ਗਿਆ। ਤੇਰਾ ਘਰ ਆਨੰਦ ਵਧਾਈ ਤੁਧ ਘਰ। ਜਿਹਦੇ ਘਰ ਦੇ ਵਿੱਚ ਸਦਾ ਹੀ ਖੁਸ਼ੀਆਂ ਹਨ, ਸਦਾ ਹੀ ਆਨੰਦ ਹੈ, ਉਹ ਨਿਆਸਰਾਂ ਦਾ ਆਸਰਾ ਹੈ। ਜਿਹਨੂੰ ਮਾਲਕ ਦਾ ਆਸਰਾ ਮਿਲ ਗਿਆ, ਦੁਨੀਆ ਦਾ ਆਸਰਾ ਤੱਕਣ ਦੀ ਲੋੜ ਨਹੀਂ ਰਹਿ ਜਾਂਦੀ ਹੈ। ਐਸਾ ਵਾਹਿਗੁਰੂ ਪਰਮੇਸ਼ਰ ਆਸਰਾ ਦਿੰਦਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਜੋ ਗੁਰਮੁਖ ਹਨ, ਭਗਤੀ ਦੁਆਰਾ, ਆਤਮਿਕ ਅਡੋਲਤਾ ਦੁਆਰਾ ਉਸ ਦੀ ਵਿਚਾਰ ਦੇ ਵਿੱਚ ਜੁੜਦੇ ਹਨ। ਭਗਤ ਵਛਲ ਭੈ ਕਾਟਨ ਹਾਰੇ, ਉਹ ਵਾਹਿਗੁਰੂ ਪਰਮੇਸ਼ਰ ਭਗਤ ਵਛਲ, ਭਗਤੀ ਕਰਨ ਵਾਲਿਆਂ ਦੇ ਨਾਲ ਪਿਆਰ ਕਰਦਾ ਹੈ ਅਤੇ ਕਹਿੰਦੇ ਭੈ ਨੂੰ, ਡਰ ਨੂੰ ਕੱਟਣ ਵਾਲਾ ਹੈ, ਦੂਰ ਕਰ ਦਿੰਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜੋ ਉਸ ਨਿਰਭਉ ਦਾ ਜਪ ਕਰਦੇ ਹਨ, ਉਹਨਾਂ ਦੇ ਸਾਰੇ ਡਰ ਭੈ ਦੂਰ ਹੋ ਜਾਂਦੇ ਹਨ। ਵਾਹਿਗੁਰੂ ਸਾਰੇ ਡਰਾਂ ਨੂੰ ਮੁਕਾ ਦਿੰਦਾ ਹੈ। ਹਉਮੈ ਮਾਰ ਮਿਲੇ ਪਗ ਧਾਰੇ, ਹਉਮੈ ਨੂੰ ਵਾਹਿਗੁਰੂ ਪਰਮੇਸ਼ਰ ਮਾਰ ਦਿੰਦਾ ਹੈ, ਜਿਹੜੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ। ਅਨੇਕ ਜਤਨ ਕਰ ਕਾਲ ਸੰਤਾਏ, ਜੀਵਾਂ ਨੂੰ ਅਨੇਕ ਤਰੀਕਿਆਂ ਦੇ ਨਾਲ ਕਾਲ ਮੌਤ ਜਿਹੜੀ ਹੈ ਉਹ ਡਰਾਉਂਦੀ ਹੈ, ਸਤਾਉਂਦੀ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਕਿਉਂਕਿ ਜੀਵ ਆਪਣਾ ਮਰਨਾ ਜਿਹੜਾ ਹੈ ਨਾ, ਉਹ ਲਿਖਾ ਕੇ ਹੀ ਇਸ ਧਰਤੀ ਮੰਡਲ ਦੇ ਉੱਪਰ ਆਉਂਦਾ ਹੈ। ਇਹ ਪਹਿਲਾਂ ਇਸ ਨੇ ਨਿਸ਼ਚਿਤ ਕਰਾਇਆ ਹੁੰਦਾ ਹੈ, ਲਿਖਾਇਆ ਹੁੰਦਾ ਹੈ ਵੀ ਇੰਨੇ ਸਵਾਸ ਜਿਹੜੇ ਹਨ ਨਾ, ਵਾਹਿਗੁਰੂ ਲਿਖ ਕੇ ਦੇ ਦਿੰਦਾ ਵੀ ਇੰਨੇ ਤੈਨੂੰ ਸਵਾਸ ਦਿੱਤੇ ਹਨ। ਭਾਵੇਂ ਇਹਨਾਂ ਨੂੰ ਤੂੰ ਸਫਲਿਆ ਕਰ ਲੈ, ਭਾਵੇਂ ਇਹਨਾਂ ਨੂੰ ਬਰਬਾਦ ਕਰ ਲੈ, ਇਹ ਹੁਣ ਤੇਰੀ ਮਰਜ਼ੀ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਦੇ ਘਰ ਦੇ ਵਿੱਚੋਂ ਗਿਣਵੇਂ ਸਵਾਸ ਮਿਲ ਜਾਂਦੇ ਹਨ। ਜਨਮ ਪਦਾਰਥ ਦੁਬਿਧਾ ਖੋਵੈ, ਮਨਮੁਖ ਜੀਵ ਇਹ ਬੜਾ ਅਮੋਲਕ ਜੀਵਨ ਪਦਾਰਥ ਹੈ, ਇਸ ਨੂੰ ਅਜਾਈਂ ਹੀ ਗਵਾ ਲੈਂਦੇ ਹਨ, ਖਰਾਬ ਕਰ ਲੈਂਦੇ ਹਨ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ, ਆਪਣੇ ਆਪੇ ਨੂੰ ਪਹਿਚਾਣਦੇ ਨਹੀਂ ਹਨ।
ਇਸ ਕਰਕੇ ਕਹਿੰਦੇ ਭਟਕ ਭਟਕ ਕੇ ਖੱਪਦੇ ਹਨ, ਰੋਂਦੇ ਹਨ। ਭਗਤਾਂ ਨੇ ਆਖਿਆ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਜੋ ਬ੍ਰਹਮੰਡ ਦੇ ਵਿੱਚ ਵਿਆਪਕ ਹੈ, ਉਹੀ ਮੇਰੇ ਪਿੰਡ ਦੇ ਵਿੱਚ ਵੀ, ਸਰੀਰ ਦੇ ਵਿੱਚ ਵੀ ਵਿਆਪਕ ਹੈ। ਬੁੱਲੇ ਸ਼ਾਹ ਨੇ ਆਖਿਆ ਲੋਕੀ ਹਜ ਕਰਨ ਮੱਕੇ ਨੂੰ ਜਾਂਦੇ, ਮੇਰੇ ਅੰਦਰ 900 ਮੱਕਾ, ਕਈ ਮੱਕੇ ਪੈਦਾ ਹੋ ਗਏ ਹਨ। ਇਸ ਕਰਕੇ ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਹਨ ਉਹ ਆਪਣੇ ਅੰਦਰ ਖੋਜ ਲੈਂਦੇ ਹਨ। ਮਨਮੁਖ ਜੀਵ ਜਿਹੜੇ ਹਨ ਭਟਕ ਭਟਕ ਕੇ ਖਰਾਬ ਹੁੰਦੇ ਹਨ। ਕਹਿ ਤੋ ਪੜ ਤੋ ਸੁਣ ਤੋ ਏਕ। ਵਾਹਿਗੁਰੂ ਦੇ ਪਿਆਰੇ ਉਸੇ ਵਾਹਿਗੁਰੂ ਪਰਮੇਸ਼ਰ ਇੱਕ ਨੂੰ ਹੀ ਕਹਿੰਦੇ ਹਨ, ਇੱਕ ਨੂੰ ਹੀ ਪੜ੍ਹਦੇ ਹਨ, ਇੱਕ ਨੂੰ ਹੀ ਸੁਣਦੇ ਹਨ। ਧੀਰਜ ਧਰਮ ਧਰਣੀ ਧਰ ਟੇਕ। ਉਹ ਵਾਹਿਗੁਰੂ ਪਰਮੇਸ਼ਰ ਜੋ ਧੀਰਜ ਰੂਪ ਹੈ, ਧਰਮ ਰੂਪ ਹੈ, ਧਰਤੀ ਦੇ ਆਸਰਾ ਰੂਪ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਕਹਿੰਦੇ ਜਿਹੜੇ ਉਹਦਾ ਆਸਰਾ ਲੈਂਦੇ ਹਨ ਉਹਨਾਂ ਦੇ ਅੰਦਰ ਫਿਰ ਦੈਵੀ ਗੁਣ ਆਪਣੇ ਆਪ ਹੀ ਆ ਜਾਂਦੇ ਹਨ। ਕੋਸ਼ਿਸ਼ ਨਹੀਂ ਕਰਨੀ ਪੈਂਦੀ ਹੈ ਵੀ ਸ਼ੁਭ ਗੁਣ ਸਾਡੇ ਅੰਦਰ ਆਉਣ। ਜਤ ਵੀ ਆ ਜਾਂਦਾ ਹੈ, ਸਤ ਵੀ, ਸੰਜਮ ਵੀ, ਸਾਰੇ ਸ਼ੁਭ ਗੁਣ, ਸਾਰੇ ਦੈਵੀ ਗੁਣ ਨਾਮ ਜਪਣਿਆਂ ਵਾਲਿਆਂ ਦੇ ਅੰਦਰ ਸੁਤੇ ਸਿੱਧ ਹੀ ਪ੍ਰਗਟ ਹੋ ਜਾਂਦੇ ਹਨ। ਚੌਥੇ ਪਦ ਕੋ ਜੀ ਮਨ ਪਤੀ ਆਏ। ਜਿਨ੍ਹਾਂ ਦਾ ਮਨ 3 ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ, ਚੌਥੇ ਪਦ ਦੇ ਵਿੱਚ ਚਲਿਆ ਜਾਂਦਾ ਹੈ। ਰਜ ਗੁਣ, ਤਮ ਗੁਣ, ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨਹਿ ਪਰਮ ਪਦ ਪਾਇਆ। ਜਿਹੜੇ 3 ਗੁਣਾਂ ਤੋਂ ਉੱਪਰ ਉੱਠ ਜਾਂਦੇ ਹਨ। ਸਾਚੇ ਨਿਰਮਲ ਮੈਲ ਨਾ ਲਾਗੈ। ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਨਿਰਮਲ ਹੋ ਜਾਂਦੇ ਹਨ। ਐਸੇ ਨਿਰਮਲ ਹੁੰਦੇ ਹਨ ਫਿਰ ਉਹਨਾਂ ਨੂੰ ਕਦੇ ਵਾਸਤੇ ਮੈਲ ਨਹੀਂ ਲੱਗਦੀ ਹੈ। ਸਦਾ ਉਹਨਾਂ ਦਾ ਨਿਰਮਲਤਾਈ ਵਾਲਾ ਹੀ ਜੀਵਨ ਬਣਿਆ ਰਹਿੰਦਾ ਹੈ। ਗੁਰ ਕਾ ਸ਼ਬਦ ਭਰਮ ਭਉ ਭਾਗੈ। ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਹਨਾਂ ਦਾ ਭਰਮ ਭੁਲੇਖਾ ਹਰ ਪ੍ਰਕਾਰ ਦਾ ਤੇ ਡਰ ਆਦਿਕ ਜਿਹੜਾ ਹੈ ਭੱਜ ਜਾਂਦਾ ਹੈ। ਸੂਰਤ ਮੂਰਤ ਆਦ ਅਨੂਪ। ਵਾਹਿਗੁਰੂ ਪਰਮੇਸ਼ਰ ਜਿਹੜਾ ਮਹਾਨ ਪਵਿੱਤਰ ਸੂਰਤ ਵਾਲਾ ਹੈ, ਸੁੰਦਰ ਮੂਰਤ ਵਾਲਾ ਹੈ, ਸਭ ਦਾ ਆਦ ਹੈ, ਉਪਮਾ ਤੋਂ ਰਹਿਤ ਹੈ। ਨਾਨਕ ਜਾਚੈ ਸਾਚ ਸਰੂਪ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਗਿਆਸੂ ਰੂਪ ਹੋ ਕੇ ਫਰਮਾਉਂਦੇ ਹਨ ਕਿ ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਸ ਸੱਚੇ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਜਾਚਨਾ ਕਰਦੇ ਹਨ, ਉਹਨੂੰ ਹਮੇਸ਼ਾ ਮੰਗਦੇ ਹਨ, ਉਹਨੂੰ ਹਮੇਸ਼ਾ ਚਾਹੁੰਦੇ ਹਨ ਕਿ ਐਸੇ ਸੱਚੇ ਸਰੂਪ ਦੀ, ਸਵੈ ਸਰੂਪ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਲੜੀਵਾਰ ਹੁਕਮਨਾਮੇ ਦੇ ਵਿੱਚ ਆਪਾਂ ਨੂੰ ਸਿੱਖਿਆ ਦੇ ਰਹੇ ਹਨ, ਉਹ ਵਿਚਾਰ ਜੋ ਹੈ ਅਖਰੀ ਅਰਥ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮਹਿਮਾ ਨਾ ਜਾਣਹਿ ਬੇਦ। ਕਹਿੰਦੇ ਜੋ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਉਸ ਦੀ ਮਹਿਮਾ ਨੂੰ, ਉਹਦੇ ਅੰਤ ਨੂੰ ਕਹਿੰਦੇ ਵੇਦ ਆਦਿਕ ਵੀ ਜਿਹੜੇ ਹਨ ਨਾ, ਧਾਰਮਿਕ ਗ੍ਰੰਥ, ਉਹ ਵੀ ਨਹੀਂ ਜਾਣਦੇ ਹਨ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਚਿੱਤਰ ਨਾਟਕ ਦੇ ਵਿੱਚ ਫਰਮਾਉਂਦੇ ਹਨ, ਜਿਨ ਕੀ ਲਿਵ ਹਰ ਚਰਨਨ ਲਾਗੀ, ਤੇ ਬੇਦਨ ਤੇ ਭਏ ਤਿਆਗੀ। ਜਿਨ੍ਹਾਂ ਦਾ ਧਿਆਨ ਜੁੜ ਗਿਆ, ਕਹਿੰਦੇ ਹੁਣ ਕਾਹਦੇ ਵਾਸਤੇ ਗਿਆਨ ਦੀਆਂ ਕਿਤਾਬਾਂ ਪੜ੍ਹਨੀਆਂ ਹਨ। ਇਸ ਕਰਕੇ ਕਹਿੰਦੇ ਵੇਦ ਆਦਿਕ ਵੀ ਜਿਹੜੇ ਹਨ ਉਹਦਾ ਅੰਤ ਨਹੀਂ ਪਾ ਸਕਦੇ ਹਨ। ਉਹ ਵਾਹਿਗੁਰੂ ਪਰਮੇਸ਼ਰ ਪਰੇ ਤੋਂ ਪਰੇ ਹੈ, ਬੇਅੰਤ ਤੋਂ ਬੇਅੰਤ ਹੈ, ਮਹਿਮਾ ਨਾ ਜਾਣੈ ਵੇਦ। ਭਾਵੇਂ ਬਹੁਤ ਸਾਰੀ ਉਸਤਤ ਵਡਿਆਈ ਲਿਖੀ ਹੋਈ ਹੈ, ਪਰ ਕਹਿੰਦੇ ਅੰਤ ਨਹੀਂ ਪਾ ਸਕਦੇ ਹਨ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੈ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ, ਕਿਆ ਮਨ ਮੰਤ।
ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਇਹ ਅੰਤ ਨ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਜਪਜੀ ਸਾਹਿਬ ਸਾਰਾ ਹੈ ਹੀ ਬ੍ਰਹਮ ਗਿਆਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਅਨੰਤ। ਵਾਹਿਗੁਰੂ ਪਰਮੇਸ਼ਰ ਬੇਅੰਤ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹੇਸ਼ ਉਪਾਏ ਸਮਾਏ। ਐਸੋ ਧਣੀ ਗੋਵਿੰਦ ਹਮਾਰਾ, ਵਰਨ ਨ ਸਾਕੋ ਗੁਣ ਵਿਸਥਾਰਾ। ਕੋਟ ਦੁਰਗਾ ਜਾ ਕੇ ਮਰਦਨ ਕਰੈ। ਮਹਾਰਾਜ ਕਹਿੰਦੇ ਇੱਕ ਦੋ ਚੌਹਾਂ ਦੀ ਗੱਲ ਨਹੀਂ ਹੈ, ਇੱਥੇ ਕਰੋੜਾਂ ਹੀ ਹਨ ਵਾਹਿਗੁਰੂ ਦੇ ਪਸਾਰੇ ਦੇ ਵਿੱਚ। ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ब्रह्मो विष्णु केते, वेद और पुराण केते। सिमरत समूहन के होए होए बिताए हैं। मोन दी मदार केते, अश्वनी कुमार केते। अंशा अवतार केते, काल बस भये हैं। पीरो पे कांबर केते, गने न परत एते। भूम ही ते होए कै, फिर भूम ही मिलाए हैं। ਮਹਾਰਾਜ ਕਹਿੰਦੇ ਕਈ ਦੇਵੀ ਦੇਵਤੇ, ਕਈ ਅਵਤਾਰ ਧਰਤੀ ਤੇ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ। ਪਰਮੇਸ਼ਰ ਬੇਅੰਤ ਹੈ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਜਿਹੜੇ ਉਹਦੀ ਸਿਫਤ ਸਲਾਹ ਕਰਦੇ ਹਨ ਉਹਦੇ ਵਿੱਚ ਸਮਾ ਜਾਂਦੇ ਹਨ। ਉਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਉਸ ਦੀ ਮਹਿਮਾ ਨੂੰ ਪੂਰਨ ਰੂਪ ਦੇ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ ਹੈ। ਕਰੋੜਾਂ ਰਸਨਾਂ ਦੇ ਨਾਲ ਵੀ ਵਾਹਿਗੁਰੂ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ। ਵੇਦ ਆਦਿਕ ਧਾਰਮਿਕ ਗ੍ਰੰਥ ਉਹਦੀ ਮਹਿਮਾ ਨੂੰ ਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਹਨ। ਬ੍ਰਹਮੇ ਨਹੀਂ ਜਾਣਹਿ ਭੇਦ। ਬ੍ਰਹਮੇ ਆਦਿਕ ਜਿਹੜੇ ਹਨ, ਜਿਹੜੇ ਵਾਹਿਗੁਰੂ ਨੇ ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਬ੍ਰਹਮਿਆਂ ਦੀ ਡਿਊਟੀ ਲਾਈ ਹੈ ਮਾਲਕ ਨੇ ਵੀ ਤੁਸੀਂ ਜਗਤ ਨੂੰ ਬਣਾਓ। ਉਹ ਵੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਭੇਦ ਜਿਹੜਾ ਹੈ ਨਾ ਉਹ ਜਾਣਦੇ ਨਹੀਂ ਹਨ। ਅਵਤਾਰ ਨਾ ਜਾਣਹਿ ਅੰਤ। ਬੜੇ ਬੜੇ ਅਵਤਾਰ ਆਉਂਦੇ ਜਾਂਦੇ ਰਹਿੰਦੇ ਹਨ। ਕੇਤੇ ਰਾਮ ਹੋਏ, ਸਭੇ ਅੰਤ ਮੂਏ। ਕੇਤੇ ਕ੍ਰਿਸ਼ਨ ਹੋਇਆ ਹੈ, ਸਭੇ ਅੰਤ ਜੈ ਹੈ। ਕਈ ਆਉਂਦੇ ਰਹਿੰਦੇ ਹਨ, ਕਈ ਜਾਂਦੇ ਰਹਿੰਦੇ ਹਨ, ਪਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ। ਉਹਦੀ ਮਹਿਮਾ ਨੂੰ ਪੂਰਨ ਰੂਪ ਦੇ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ ਹੈ। ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਪਾਰ ਬ੍ਰਹਮ ਜੋ ਹੈ ਉਹ ਕਹਿੰਦੇ ਬੇਅੰਤ ਹੈ, ਪਰੇ ਤੋਂ ਪਰੇ ਹੈ। ਆਪਣੀ ਗਤ ਆਪ ਜਾਣੈ। ਵਾਹਿਗੁਰੂ ਪਰਮੇਸ਼ਰ ਸੁਤੇ ਪ੍ਰਕਾਸ਼ ਹੈ। ਇੱਕ ਉਹਦਾ ਨਾਮ ਹੈ ਸਹਿ ਭੰਗ ਸੁਤੇ ਪ੍ਰਕਾਸ਼। ਆਪਣੇ ਆਪ ਤੋਂ ਹੈ, ਆਪਣੀ ਮਹਿਮਾ ਨੂੰ ਆਪ ਹੀ ਜਾਣਦਾ ਹੈ। ਜੋ ਕੁਝ ਉਹਨੇ ਕਰਨਾ ਹੈ ਆਪਣੀ ਮਰਜ਼ੀ ਦੇ ਨਾਲ ਹੀ ਕਰਦਾ ਹੈ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਵਾਹਿਗੁਰੂ ਪਰਮੇਸ਼ਰ ਆਪਣੇ ਆਪ ਦੀ ਮਹਿਮਾ ਨੂੰ ਆਪ ਹੀ ਜਾਣਦਾ ਹੈ। ਸੁਣ ਸੁਣ ਅਵਰ ਵਖਾਨੈ। ਕਹਿੰਦੇ ਹੋਰ ਜੋ ਬਖਤਾ ਹਨ ਉਹ ਦੂਸਰਿਆਂ ਦੇ ਕੋਲੋਂ ਸੁਣ ਸੁਣ ਕੇ ਉਹਦੀ ਮਹਿਮਾ ਨੂੰ ਵਿਖਿਆਨ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ। ਸ਼ੰਕਰਾ ਨਹੀਂ ਜਾਣਹਿ ਭੇਵ। ਦੇਖੋ ਸ਼ਿਵ ਜੀ ਕਿੰਨੀ ਲੰਬੀ ਲੰਬੀ ਸਮਾਧੀ ਲਗਾਉਂਦਾ ਹੈ, ਪਰ ਇੰਨੀ ਵੀ ਉਹਦੀ ਸਮਾਧੀ ਗਹਿਰੀ ਨਹੀਂ ਹੈ ਵੀ ਪਰਮਾਤਮਾ ਨੂੰ ਹੀ ਜਾਣ ਸਕੇ। ਕਿਉਂਕਿ ਜੁੜ ਜਾਣਾ ਚੰਗੀ ਗੱਲ ਹੁੰਦੀ ਹੈ, ਪਰ ਅੱਗੋਂ ਫਿਰ ਕਿਤਨਾ ਕਿ ਕਿਸੇ ਦੇ ਅੰਦਰ ਗਹਿਰਾਈ ਹੈ। ਕਿੰਨੀ ਕੁ ਗਹਿਰਾਈ ਦੇ ਨਾਲ ਕੋਈ ਜੁੜਦਾ ਹੈ। ਬੜੀ ਲੰਬੀ ਸਮਾਧੀ ਲਗਾਉਂਦਾ ਹੈ ਸ਼ੰਕਰ, ਪਰ ਕਹਿੰਦੇ ਮਾਲਕ ਦੇ ਭੇਦ ਨੂੰ ਉਹ ਵੀ ਨਹੀਂ ਜਾਣਦਾ ਹੈ। ਸ਼ੰਕਰਾ ਨਹੀਂ ਜਾਣੈ ਭੇਦ। ਕਈ ਸ਼ੰਕਰ ਨਹੀਂ ਉਹਦੇ ਭੇਦ ਨੂੰ ਜਾਣਦੇ ਹਨ। ਵਾਹਿਗੁਰੂ ਪਰਮੇਸ਼ਰ ਬੇਅੰਤ ਹੈ। ਖੋਜਤ ਹਾਰੇ ਦੇਵ। ਕਈ ਦੇਵਤੇ ਜਿਹੜੇ ਹਨ ਉਹ ਵੀ ਉਹਨੂੰ ਲੱਭਦਿਆਂ ਲੱਭਦਿਆਂ ਹਾਰ ਜਾਂਦੇ ਹਨ।
ਵੀ ਉਹਦੇ ਅੰਤ ਨੂੰ ਪਾ ਲਈਏ, ਪਾਇਆ ਨਹੀਂ ਜਾ ਸਕਦਾ। ਦੇਵੀਆ ਨਹੀਂ ਜਾਣੈ ਮਰਮ, ਕਈ ਦੇਵੀਆਂ ਹਨ ਉਹ ਵੀ ਕਹਿੰਦੇ ਮਾਲਕ ਦੇ ਮਰਮ ਭੇਦ ਨੂੰ ਨਹੀਂ ਜਾਣਦੀਆਂ ਹਨ, ਭਾਵੇਂ ਉਹਨਾਂ ਦੀ ਜਗਤ ਦੇ ਵਿੱਚ ਬੜੀ ਵੱਡੀ ਵੱਡੀ ਮਹਿਮਾ ਹੁੰਦੀ ਹੈ। ਕਈ ਲੋਕ ਉਹਨਾਂ ਦੀ ਪੂਜਾ ਕਰਨ ਵਾਲੇ ਹੁੰਦੇ ਹਨ, ਕਈ ਉਹਨਾਂ ਨੂੰ ਮੰਨਣ ਵਾਲੇ ਹੁੰਦੇ ਹਨ, ਉਹਨਾਂ ਦੀ ਵੀ ਸਿੱਖੀ ਸੇਵਕੀ ਚੱਲਦੀ ਹੈ, ਪਰ ਕਹਿੰਦੇ ਮਾਲਕ ਦੀ ਮਹਿਮਾ ਨਹੀਂ ਜਾਣਦੀਆਂ ਹਨ। ਮਾਲਕ ਦੀ ਮਹਿਮਾ ਦਾ ਅੰਤ ਦੇਵੀਆਂ ਵੀ ਨਹੀਂ ਜਾਣਦੀਆਂ ਹਨ। ਸਭ ਊਪਰ ਅਲਖ ਪਾਰ ਬ੍ਰਹਮ, ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਜਿਨੇ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਖਿਲਾਰਿਆ ਹੋਇਆ ਹੈ। ਕੋਈ ਮਾੜਾ ਜਿਹਾ ਟੁਕੜਾ ਧਰਤੀ ਤੇ ਗਿਰਨ ਲੱਗੇ ਨਾ, ਸਾਰੀ ਦੁਨੀਆ ਹਿੱਲ ਜਾਂਦੀ ਹੈ ਵੀ ਪਤਾ ਨਹੀਂ ਕੀ ਹੋ ਜਾਣਾ ਹੈ। ਐਡੇ ਵੱਡੇ ਆਕਾਸ਼ ਨੂੰ ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮੀਆਂ ਤੋਂ ਹੀ ਉਹਨੇ ਵਾਹਿਗੁਰੂ ਪਰਮੇਸ਼ਰ ਨੇ ਆਕਾਸ਼ ਰੂਪੀ ਜਿਹੜਾ ਲੈਂਟਰ ਹੈ ਨਾ ਖਿਲਾਰਿਆ ਹੋਇਆ ਹੈ। ਦੇਖੋ ਮੰਜੀ ਸਾਹਿਬ ਦੇ ਆਲੇ ਦੁਆਲੇ ਥੰਮ ਲੱਗੇ ਹਨ, ਤਾਂ ਉੱਪਰ ਲੈਂਟਰ ਖਲੋਤਾ ਹੈ। ਵਾਹਿਗੁਰੂ ਪਰਮੇਸ਼ਰ ਨੇ ਕਿੱਡਾ ਵੱਡਾ ਸਾਡੇ ਉੱਪਰ ਲੈਂਟਰ ਪਾਇਆ ਹੈ, ਪਰ ਕਹਿੰਦੇ ਥੰਮੀ ਕੋਈ ਵੀ ਨਹੀਂ ਥੱਲੇ ਹੈ। ਉਹਨੇ ਹੀ ਖਿਲਾਰਿਆ, ਉਹਦੀ ਸੱਤਾ ਦੇ ਨਾਲ ਖਲੋਤਾ ਹੈ। ਇਸ ਕਰਕੇ ਕਹਿੰਦੇ ਐਡੇ ਵੱਡੇ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਤ ਨਹੀਂ ਜਾਣਦਾ, ਉਹ ਸਾਰਿਆਂ ਤੋਂ ਮਹਾਨ ਹੈ। ਆਪਣਾ ਰੰਗ ਕਰਤਾ ਕੇਲ, ਆਪਣੀ ਮੌਜ ਦੇ ਵਿੱਚ ਉਹ ਕਹਿੰਦੇ ਕੌਤਕ ਕਰਦਾ ਹੈ। ਆਪ ਵਿਛੋੜੈ ਆਪੇ ਮੇਲ, ਆਪ ਹੀ ਆਪਣੇ ਨਾਲੋਂ ਵਿਛੋੜਦਾ ਹੈ, ਆਪ ਹੀ ਜਿੱਤੇ ਦਇਆ ਕਰ ਦਿੰਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਕੋਸ਼ਿਸ਼ ਜੀਵ ਦਾ ਕਰਨ ਦਾ ਫਰਜ਼ ਹੈ, ਪਰ ਮਿਲਾਪ ਹੋਣਾ ਮਾਲਕ ਦੀ ਮਰਜ਼ੀ ਤੇ ਸੰਭਵ ਹੈ। ਜਿੱਤੇ ਦਇਆ ਕਰਦਾ ਹੈ, ਤਰਸ ਕਰਦਾ ਹੈ, ਤਰਸ ਪਾਇਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਜੇ ਤੇ ਉਹਦਾ ਤਰਸ ਪੈ ਜਾਂਦਾ ਹੈ, ਉਹਨੂੰ ਫਿਰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਮਿਲਾ ਲੈਂਦਾ ਹੈ। ਇੱਕ ਭਰਮੇ ਇੱਕ ਭਗਤੀ ਲਾਏ, ਇੱਕ ਐਸੇ ਜੀਵ ਹਨ ਜਿਹੜੇ ਹਮੇਸ਼ਾ ਭਟਕਦੇ ਹੀ ਰਹਿੰਦੇ ਹਨ, ਉਹਨਾਂ ਨੂੰ ਸਹੀ ਦਿਸ਼ਾ ਮਿਲਦੀ ਕੋਈ ਨਹੀਂ, ਸਾਰੀ ਉਮਰ ਇੰਝ ਹੀ ਲੰਘ ਜਾਂਦੀ ਹੈ। ਪਰ ਇੱਕ ਐਸੇ ਹਨ ਜਿਨ੍ਹਾਂ ਤੇ ਕਿਰਪਾ ਹੋ ਗਈ, ਉਹਨਾਂ ਨੂੰ ਸਹੀ ਰਸਤਾ ਵਿਖਾਲ ਦਿੰਦਾ ਵੀ ਗੁਰਮੁਖੋ ਭਗਤੀ ਕਰੋਗੇ ਤਾਂ ਛੁਟਕਾਰਾ ਹੋਣਾ ਹੈ, ਬਿਨ ਹਰ ਭਗਤ ਨਹੀਂ ਛੁਟਕਾਰਾ। ਇਸ ਕਰਕੇ ਆਪ ਹੀ ਮਾਲਕ ਸੋਝੀ ਦਿੰਦਾ ਹੈ, ਆਪ ਹੀ ਸਮਤ ਦਿੰਦਾ ਹੈ, ਆਪ ਹੀ ਭਗਤੀ ਦੇ ਰਸਤੇ ਤੇ ਲਾਉਂਦਾ ਹੈ। ਆਪਣਾ ਕੀਆ ਆਪ ਜਣਾਏ, ਵਾਹਿਗੁਰੂ ਪਰਮੇਸ਼ਰ ਆਪਣੇ ਕੀਤੇ ਹੋਏ ਨੂੰ ਆਪ ਹੀ ਜਿੰਨਾ ਜਿੰਨਾ ਉਹ ਕਿਰਪਾ ਕਰੇ ਓਨਾ ਓਨਾ ਜਣਾ ਦਿੰਦਾ ਹੈ। ਪਸਾਰਾ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਜੇਤੀ ਪ੍ਰਭੂ ਜਣਾਈ, ਰਸਨਾ ਤੇਤ ਭਨੀ, ਅਨਜਾਨਤ ਜੋ ਸੇਵੇ ਤੇਤੀ ਨ ਜਾਏ ਗਣੀ। ਮਹਾਰਾਜ ਜਿੰਨਾ ਕੁ ਤੂੰ ਮੈਨੂੰ ਜਣਾਇਆ ਓਨਾ ਹੀ ਜਾਣਿਆ ਹੈ, ਇਸ ਤੋਂ ਵੱਧ ਨਹੀਂ ਜਾਣਿਆ ਜਾ ਸਕਦਾ। ਸੰਤਨ ਕੀ ਸੁਣ ਸਾਚੀ ਸਾਖੀ, ਸ਼ਾਂਤ ਰੂਪ ਜਿਹੜੇ ਸੰਤ ਹਨ, ਗੁਰਮੁਖ ਹਨ, ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਸੱਚੀ ਸਿੱਖਿਆ ਹੈ ਇਹ ਸੁਣਨਾ ਕਰੋ। ਸੋ ਬੋਲੇ ਜੋ ਪੇਖੇ ਆਖੀ, ਸੁਣਨੀ ਚਾਹੀਦੀ ਹੈ, ਭਰੋਸਾ ਕਰਨਾ ਚਾਹੀਦਾ ਹੈ। ਉਹ ਸੁਣੀਆਂ ਸੁਣਾਈਆਂ ਕਿਤਾਬੀ ਗੱਲਾਂ ਨਹੀਂ ਕਰਦੇ ਹਨ ਵੀ ਇਧਰੋਂ ਪੜ੍ਹਦਿਆ ਇਧਰੋਂ ਸੁਣਾ ਛੱਡਿਆ। ਕਹਿੰਦੇ ਉਹ ਉਹੀ ਬੋਲਦੇ ਹਨ ਜੋ ਆਪਣੀਆਂ ਦਿਵ ਰੂਪ ਨੇਤਰਾਂ ਦੇ ਨਾਲ ਦੇਖਦੇ ਹਨ, ਉਹੀ ਆਖਦੇ ਹਨ ਜੋ ਆਪ ਦੇਖਦੇ ਹਨ। ਨਹੀਂ ਲੇਪ ਤਿਸ ਪੁੰਨ ਨਾ ਪਾਪ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕਿਸੇ ਪ੍ਰਕਾਰ ਦਾ ਲੇਪ ਛੇਪ ਨਹੀਂ ਹੈ, ਨਾ ਉਹਨੂੰ ਕੋਈ ਪੁੰਨ ਹੈ, ਨਾ ਉਹਨੂੰ ਕੋਈ ਪਾਪ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਤੇ ਵੀ ਪੈਂਦੀਆਂ ਹਨ, ਕਿਸੇ ਸੁੰਦਰ ਥਾਂ ਤੇ ਵੀ ਪੈਂਦੀਆਂ ਹਨ, ਸੂਰਜ ਮੈਲਾ ਨਹੀਂ ਹੋ ਜਾਂਦਾ ਹੈ। ਬੜੇ ਨੀਚ ਤੋਂ ਨੀਚ ਬੰਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਜਲਦੀ ਹੈ, ਪ੍ਰਕਾਸ਼ਮਾਨ ਹੈ।
ਪਰ ਗੱਲ ਇਹ ਹੈ ਵੀ ਉਹਦੀ ਵਰਤੋਂ ਜਿਹੜੀ ਸ਼ਕਤੀ ਦੀ ਸਮਰੱਥਾ ਦੀ ਕੋਈ ਸਹੀ ਢੰਗ ਦੇ ਨਾਲ ਕਰ ਲੈਂਦਾ ਹੈ, ਕੋਈ ਗਲਤ ਢੰਗ ਦੇ ਨਾਲ ਕਰ ਲੈਂਦਾ ਹੈ। ਸ਼ਕਤੀ ਸਾਰੀ ਪ੍ਰਮਾਤਮਾ ਦੇ ਕੋਲੋਂ ਹੀ ਆਉਂਦੀ ਹੈ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਨਾ, ਅੱਖੀਓ ਤੱਕਣਾ ਬਾਣ ਤੁਸਾਂ ਦੀ, ਕੌਣ ਕਹੇ ਤੁਸੀਂ ਤੱਕੋ ਨਾ। ਮੁੜ ਮੁੜ ਤੱਕੋ, ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਾਰੇ ਰੱਖਣਾ ਯਾਦ ਤੁਸਾਂ ਨੇ, ਮੈਲੀਆਂ ਮੂਲ ਨਾ ਹੋਇਓ ਜੇ। ਉਸ ਅੰਮ੍ਰਿਤ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਸ਼ਕਤੀ ਤਾਂ ਸਾਰੀ ਮਾਲਕ ਦੀ ਹੈ। ਮਾਲਕ ਨੇ ਅੱਖਾਂ ਦਿੱਤੀਆਂ ਹਨ, ਅਸੀਂ ਚੰਗਾ ਵੀ ਵੇਖ ਸਕਦੇ ਹਾਂ, ਮਾੜਾ ਵੀ ਵੇਖ ਸਕਦੇ ਹਾਂ। ਇਸ ਕਰਕੇ ਕਹਿੰਦੇ ਵਾਹਿਗੁਰੂ ਨੂੰ ਕੋਈ ਲੇਪ ਛੇਪ ਨਹੀਂ ਹੈ, ਕੋਈ ਪੁੰਨ ਪਾਪ ਨਹੀਂ ਹੈ। ਇਹ ਜੀਵ ਹੀ ਹੈ, ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਉਹਨੂੰ ਫਿਰ ਫਲ ਭੋਗਣਾ ਪੈਂਦਾ ਹੈ। ਨਾਨਕ ਕਾ ਪ੍ਰਭ ਆਪੇ ਆਪ। ਸ਼ਕਤੀ ਸਮਰੱਥਾ ਦੇ ਹਿਸਾਬ ਦੇ ਨਾਲ ਜੋ ਸਤਿਪੁਰਸ਼ ਹਨ ਇਹ ਗੱਲ ਆਖਦੇ ਹਨ ਵੀ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਹੀ ਆਪ ਹੈ। ਕੋਈ ਜੀਵ ਐਸਾ ਨਹੀਂ ਜਿਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਹੀਂ ਹੈ, ਕਿਉਂਕਿ ਸ਼ਕਤੀ ਸਾਰੀ ਮਾਲਕ ਦੇ ਕੋਲੋਂ ਹੀ ਆਉਂਦੀ ਹੈ। ਇਸ ਕਰਕੇ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਉਹਨਾਂ ਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਰਹਿ ਜਾਂਦਾ ਹੈ, ਕਿਉਂਕਿ ਪਤਾ ਚੱਲ ਜਾਂਦਾ ਵੀ ਹੈ ਹੀ ਸਾਰਿਆਂ ਦੇ ਵਿੱਚ ਆਪ, ਵੈਰ ਕਿਹਦੇ ਨਾਲ ਕਰਨਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ ਸਤਿਪੁਰਸ਼ਾਂ ਵਾਸਤੇ ਵਾਹਿਗੁਰੂ ਪਰਮੇਸ਼ਰ ਆਪ ਹੀ ਆਪ ਹੈ ਸਾਰੇ ਪਾਸੇ, ਕੋਈ ਵੀ ਬੇਗਾਨਾ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ, ਐਸੀ ਸੋਝੀ ਐਸਾ ਗਿਆਨ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਹਿ ਜੋ ਪੇਖਹਿ ਆਖੀ। ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।